ਲੋਨ लगा सी मैनू। एक दिन की कमाई है। अगर मैं कोई भी जुर्म करना, कोई भी चीज़ है ना, सब तो पहले न्यूज़ ਦੇ ਵਿੱਚ ਪਾਕਿਸਤਾਨ ਦਾ ਨਾਮ ਬੋਲਣਗੇ। ਪਾਕਿਸਤਾਨ ਨੈਸ਼ਨੈਲਿਟੀ ਸ਼ੁਏਬ ਮੁਹੰਮਦ। ਇਹ ਪਥਰੀਲੇ ਰਸਤਿਆਂ ਦੇ ਉੱਤੇ ਆਫ ਰੋਡ ਚਲਾਉਣ ਵਾਸਤੇ। ਇੱਥੇ ਜਾਪਾਨ ਦੇ ਵਿੱਚ ਤੁਸੀਂ ਸਿੱਕੇ ਵੀ ATM ਮਸ਼ੀਨ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ। ਇਹ ਨੀਲੀਆਂ ਲੈਣਾ ਸਾਈਕਲ ਵਾਸਤੇ ਬਣਾਈਆਂ ਗਈਆਂ ਨੇ, ਯਾਨੀ ਕਿ ਇੱਥੇ ਸਾਈਕਲ ਚੱਲਣ ਦੀ ਇਜਾਜ਼ਤ ਹੈ। ਕਈ ਲੋਕ ਕਮੈਂਟ ਕਰਦੇ ਨੇ ਕਿ ਸ਼ੁਏਬ ਭਾਈ ਇੰਨੀ ਸਫਾਈ ਦੇ ਵਿੱਚ ਤੁਹਾਡਾ ਦਮ ਨਹੀਂ ਘੁੱਟਦਾ। अस्सलाम वालेकुम दोस्तों, मेरा नाम है मोहम्मद शुएब। तो तुसी वेख रहे हो मेरा यूट्यूब चैनल वन लाइफ विद शुएब। अल्लाह ताला ने एक ज़िंदगी दी है, इस वजह तो अल्लाह ताला की बनाई हुई ज़मीन के उत्ते फिरो, ज़िंदगी के बारे सीखो तो फिर ज़िंदगी में जियो। मैं अपनी डेली रूटीन तुहाडे नाल शेयर करना वा। जिन्होंने नहीं मेरे बारे च पता, मैं जापान दे विच रहना पिछले 8 साल तो। ਤੇ ਜਾਪਾਨ ਦੀ ਜ਼ਿੰਦਗੀ ਤੋਂ ਇਲਾਵਾ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ। ਮੈਂ ਸਫ਼ਰ ਕਰਨਾ ਵਾ, ਘੁੰਮਦਾ ਫਿਰਨਾ ਵਾ, ਪੂਰੀ ਦੁਨੀਆ ਦੇ ਵਿੱਚ ਮੁਖਤਲਿਫ ਕੰਟਰੀਜ਼ ਦੇ ਵਿੱਚ ਜਾਂਦਾ ਰਹਿਣਾ ਵਾ। ਫਿਲਹਾਲ ਮੈਂ ਜਾਪਾਨ ਦੇ ਵਿੱਚ ਤੁਹਾਨੂੰ ਆਪਣੀ ਡੇਲੀ ਲਾਈਫ ਰੂਟੀਨ ਸ਼ੇਅਰ ਕਰਾਂਗਾ, ਜਾਪਾਨ ਦੀ ਜ਼ਿੰਦਗੀ ਦੇ ਬਾਰੇ ਦੱਸਾਂਗਾ, ਬੜੀ ਇੰਟਰਸਟਿੰਗ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਤੇ ਚਲੋ ਅੱਜ ਦੇ ਦਿਨ ਦਾ ਆਗਾਜ਼ ਕਰਨੇ ਆ। ਤੇ ਤੁਸੀਂ ਮੇਰੇ ਦੂਸਰੇ ਵਲੌਗਸ ਵੇਖੋਗੇ ਤੇ ਤੁਹਾਨੂੰ ਮੇਰੇ ਬਾਰੇ 'ਚ ਮਜ਼ੀਦ ਜਾਣਨ ਨੂੰ ਮਿਲੇਗਾ। ਆਲਰੇਡੀ ਟਿਕਟੌਕ ਤੇ ਫੇਸਬੁੱਕ ਦੇ ਉੱਤੇ ਅਲਹਮਦੁਲਿਲਾ ਮੈਂ ਕਾਫੀ ਵੀਡੀਓਜ਼ ਬਣਾ ਚੁੱਕਿਆ ਵਾਂ। ਕਾਫੀ ਲੋਕ ਮੈਨੂੰ ਪਿਆਰ ਕਰਦੇ ਨੇ, ਕਾਫੀ ਲੋਕ ਮੈਨੂੰ ਆਲਰੇਡੀ ਜਾਣਦੇ ਨੇ। ਤੇ YouTube ਦੇ ਉੱਤੇ ਮੇਰੇ ਸਫ਼ਰ ਦਾ ਆਗਾਜ਼ ਹੈ ਤੇ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ। ਮੇਰੀ ਵੀਡੀਓ ਵੇਖ ਲਿਆ ਕਰੋ ਜੇ ਤੁਹਾਨੂੰ ਅੱਛੀ ਲੱਗਦੀ ਹੈ। ਤੇ ਉਸ ਤੋਂ ਇਲਾਵਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਕਮੈਂਟ ਲਾਜ਼ਮੀ ਕਰਿਆ ਕਰੋ, ਚਾਹੇ ਛੋਟਾ ਜਿਹਾ ਕਰੋ, ਮਤਲਬ ਵੀਡੀਓ ਅੱਛੀ ਸੀ, ਨਾਈਸ ਜਾਂ ਕੁਝ ਵੀ ਕਮੈਂਟ ਨਾ। ਉਹਦੇ ਨਾਲ ਇਹ ਹੁੰਦਾ ਕਿ ਵੀਡੀਓ ਨੂੰ ਬੂਸਟ ਮਿਲਦਾ ਹੈ। ਵੀਡੀਓ 2-4 ਤੁਹਾਡੀ ਵਜ੍ਹਾ ਤੋਂ 2-4 ਲੋਕਾਂ ਤੋਂ ਹੋਰ ਮਿਲ ਜਾਂਦੀ ਹੈ। ਠੀਕ ਹੈ, ਬਹਰਹਾਲ ਅੱਜ ਦੇ ਦਿਨ ਦਾ ਆਗਾਜ਼ ਕਰਨੇ ਆ। ਇਹ ਮੇਰਾ ਹਮਸਾਇਆ ਉਹ ਐਗਜ਼ਾਮਸ ਜਾਪਾਨੀ ਉਹਨੂੰ ਮੈਂ ਓਹਾਇਓ ਗੁਜ਼ਾਇਮਸ ਬੋਲਿਆ, ਮਤਲਬ ਗੁੱਡ ਮਾਰਨਿੰਗ ਬੋਲਿਆ। ਇਹ ਮੇਰਾ ਸਕੂਟਰ ਹੈ, ਇਹਨੂੰ ਹੁਣ ਸਟਾਰਟ ਕਰ ਲਈਏ। ਪਹਿਲੇ ਜਾਪਾਨ ਦੇ ਵਿੱਚ ਨਾ ਤੁਹਾਡੇ ਕੋਲ ਅਗਰ ਕਨਵੈਂਸ ਨਹੀਂ ਹੈ ਆਪਣੀ, ਤਾਂ ਤੁਹਾਡੀ ਜ਼ਿੰਦਗੀ ਜਿਹੜੀ ਨਾ ਉਹ ਬਹੁਤ ਮੁਸ਼ਕਿਲ ਹੁੰਦੀ ਹੈ। ਇਹ ਹੁਣ ਜਿੰਨੇ ਬੰਦੇ ਰਹਿੰਦੇ ਨੇ ਸਾਰਿਆਂ ਦੀ ਆਪਣੀ ਆਪਣੀ ਗੱਡੀ ਹੈ। ਇਹ ਮੇਰੀ ਗੱਡੀ ਹੈ ਪ੍ਰੀਅਸ, ਟੋਯੋਟਾ ਪ੍ਰੀਅਸ। ਇਹਦੇ ਉੱਤੇ ਵੀ ਮੈਂ ਜਾ ਸਕਣਾ ਵਾਂ, ਲੇਕਿਨ ਮੈਂ ਬਾਈਕ ਨੂੰ ਪ੍ਰੈਫਰ ਇਸ ਵਜ੍ਹਾ ਤੋਂ ਕਰਨਾ ਕਿ ਮੈਨੂੰ ਬਾਈਕ ਤੇ ਇੱਕ ਤਾਂ ਬਹੁਤ ਪਸੰਦ ਹੈ, ਔਰ ਦੂਸਰਾ ਹੈ ਨਾ ਅੱਜ ਕੱਲ੍ਹ ਮੌਸਮ ਵੀ ਬਹੁਤ ਅੱਛਾ ਹੈ, ਔਰ ਇਹ ਬਾਈਕ ਬਹੁਤ ਕਨਵੀਨੀਅੰਟ ਹੁੰਦੀ ਹੈ। ਪਾਰਕਿੰਗ ਦਾ ਕੋਈ ਮਸਲਾ ਨਹੀਂ ਹੁੰਦਾ, ਕਿਧਰੇ ਵੀ ਤੁਸੀਂ ਇਹਨੂੰ ਖੜਾ ਕਰ ਦਿਓ ਸਾਈਡ 'ਤੇ ਨਾ, ਆਪਣੇ ਕੰਮ ਨਿਪਟਾ ਲਓ ਸਾਰੇ। ਜਾਪਾਨ ਦੇ ਵਿੱਚ ਪਾਰਕਿੰਗ ਕਾਫੀ ਐਕਸਪੈਂਸਿਵ ਹੈ। ਹੁਣ ਇਹ ਜਿਹੜੀ ਹੈ, ਇਹ ਇੱਕ ਪਾਰਕਿੰਗ ਹੈ ਜਿਹੜੀ ਹਰ ਬੰਦੇ ਨੇ ਇਸ ਪਾਰਕਿੰਗ ਨੂੰ ਰੈਂਟ 'ਤੇ ਲਿਆ ਹੋਇਆ। ਉਹ ਜਿਹੜੀ ਮੇਰੀ ਗੱਡੀ ਖੜੀ ਹੈ ਉਹਦੀ ਮੈਂ ਪਾਰਕਿੰਗ ਯਾਨੀ ਕਿ ਪਾਕਿਸਤਾਨੀ ਤਕਰੀਬਨ 15,000 ਪਾਰਕਿੰਗ ਦੇ ਰਿਹਾ, ਔਰ ਇਹ ਘੱਟ ਹੈ। ਇਸ ਤੋਂ ਪਹਿਲੇ ਜਦੋਂ ਇੱਥੇ ਪਾਰਕਿੰਗ ਫੁੱਲ ਹੁੰਦੀ ਸੀ, ਮੇਰੀ ਇਹ ਗੱਡੀ ਨਾ ਕੋਈ 1 ਕਿਲੋਮੀਟਰ ਦੂਰ ਖੜੀ ਹੁੰਦੀ ਸੀ। ਮੈਨੂੰ ਰੋਜ਼ਾਨਾ ਜਾਂ ਜਦੋਂ ਵੀ ਮੈਂ ਗੱਡੀ 'ਤੇ ਜਾਣਾ ਹੁੰਦਾ ਤੇ ਮੈਨੂੰ 1 ਕਿਲੋਮੀਟਰ ਵਾਕ ਕਰਕੇ ਆਪਣੀ ਗੱਡੀ ਤੱਕ ਜਾਣਾ ਪੈਂਦਾ ਸੀ। ਅਤੇ ਉਸ ਜਗ੍ਹਾ 'ਤੇ ਮੈਂ ਪਾਕਿਸਤਾਨੀ ਕੋਈ 25,000 ਰੁਪਇਆ ਮੰਥਲੀ ਸਿਰਫ ਪਾਰਕਿੰਗ ਦਾ ਦੇ ਰਿਹਾ ਸਾਂ। ਅਤੇ ਉਸ ਤੋਂ ਬਾਅਦ ਮੇਰੇ ਨਾਲ ਦਾ ਹਮਸਾਇਆ ਜਿਹੜਾ ਉਹ ਚਲਾ ਗਿਆ ਨਾ, ਅਤੇ ਉਹ ਇਹ ਪਾਰਕਿੰਗ ਖਾਲੀ ਹੋ ਗਈ। ਅਤੇ ਬੜੀ ਮੁਸ਼ਕਿਲ ਨਾਲ ਉਹਨਾਂ ਕੋਲੋਂ ਇਜਾਜ਼ਤ ਲੈ ਕੇ ਅਤੇ ਮੈਂ ਪਾਰਕਿੰਗ ਲਈ ਹੈ, ਕਿਉਂਕਿ ਉਹ ਪ੍ਰੈਫਰ ਕਰਦੇ ਨੇ ਕਿ ਜਿਹੜਾ ਨਵਾਂ ਆਉਣ ਵਾਲਾ ਕਿਰਾਏਦਾਰ ਹੈ ਉਹਨੂੰ ਇਹ ਪਾਰਕਿੰਗ ਦਿੱਤੀ ਜਾਏ ਨਾ। ਲੇਕਿਨ ਮੈਂ ਤਾਂ ਪਹਿਲੇ ਹੀ ਇੱਥੇ ਰਹਿ ਰਿਹਾ ਸਾਂ, ਬੜੀ ਮੁਸ਼ਕਿਲ ਉਹਨਾਂ ਨੂੰ ਮਿੰਨਤ ਕਰਕੇ ਇਹ ਪਾਰਕਿੰਗ ਮੈਂ ਉਹਨਾਂ ਕੋਲੋਂ ਲਈ। ਚੀਜ਼ਾਂ ਦੇ ਬਾਰੇ ਦੱਸਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਉਹ ਪਾਕਿਸਤਾਨ 'ਚ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਦੱਸ ਨਹੀਂ ਸਕਦੇ। ਮੇਰੀ ਤਰ੍ਹਾਂ ਹੋਰ ਕਈ ਲੋਕ ਨੇ ਜਿਨ੍ਹਾਂ ਨੂੰ ਚੀਜ਼ਾਂ ਨੂੰ ਜਾਣਨ ਦੇ ਬਾਰੇ 'ਚ ਇੰਟਰਸਟ ਹੁੰਦਾ ਕਿ ਯਾਰ ਦੂਸਰੇ ਮੁਲਕਾਂ ਦੇ ਵਿੱਚ ਚੀਜ਼ਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਕੁਝ ਲੋਕ ਇਹਨੂੰ ਉਲਟਾ ਸਮਝ ਲੈਂਦੇ ਨੇ ਕਿ ਯਾਰ ਤੂੰ ਸਾਨੂੰ ਕਿਉਂ ਦੱਸ ਰਿਹਾ ਹੈ, ਸਾਨੂੰ ਕੀ ਫਾਇਦਾ ਇਹਦਾ। ਜ਼ਿੰਦਗੀ ਦੇ ਵਿੱਚ ਅਗਰ ਮੌਕਾ ਮਿਲੇ ਕਦੀ ਪਾਕਿਸਤਾਨ ਤੋਂ ਬਾਹਰ ਨਿਕਲਣ ਦਾ, ਤਾਂ ਤੁਹਾਨੂੰ ਪਹਿਲੇ ਪਤਾ ਹੋਏਗਾ ਕਿ ਯਾਰ ਉੱਥੇ ਇਹ ਹੁੰਦਾ, ਕਿੰਨਾ ਤੁਸੀਂ ਅੱਛਾ ਮਹਿਸੂਸ ਕਰੋਗੇ, ਕਿੰਨਾ ਈਜ਼ੀ ਮਹਿਸੂਸ ਕਰੋਗੇ। ਤੁਹਾਨੂੰ ਮੌਕਾ ਮਿਲੇ ਅਗਰ ਪਾਕਿਸਤਾਨ ਤੋਂ ਬਾਹਰ ਨਿਕਲਣ ਦਾ, ਔਰ ਤੁਸੀਂ ਹਰ ਚੀਜ਼ ਨੂੰ ਵੇਖ ਕੇ ਹੈਰਾਨ ਪਰੇਸ਼ਾਨ ਹੁੰਦੇ ਰਹੋ, ਤਾਂ ਤੁਸੀਂ ਉਸ ਚੀਜ਼ ਨੂੰ ਇੰਜੋਏ ਕਿਸ ਤਰ੍ਹਾਂ ਕਰੋਗੇ। ਇਸ ਵਜ੍ਹਾ ਤੋਂ ਨਵੀਆਂ ਚੀਜ਼ਾਂ ਦੇ ਬਾਰੇ 'ਚ ਜਾਣਨਾ ਇੱਕ ਬਹੁਤ ਅੱਛੀ ਆਦਤ ਹੈ, ਇੱਕ ਬਹੁਤ ਅੱਛੀ ਚੀਜ਼ ਹੈ। ਤੁਹਾਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਔਰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਉਹਦਾ। ਇਹ ਲੋਕ ਪੁੱਛਦੇ ਨੇ ਕਿ ਤੁਸੀਂ ਮੋਬਾਈਲ ਕਿਹੜਾ ਇਸਤੇਮਾਲ ਕਰਦੇ ਹੋ। ਮੇਰੇ ਕੋਲ ਇਹ ਸੈਮਸੰਗ ਦਾ S24 ਅਲਟਰਾ ਮੋਬਾਈਲ ਹੈ। ਇਹ ਮੇਰੇ ਕੋਲ ਏਅਰਬਡਸ ਨੇ, ਠੀਕ ਹੈ, ਸੈਮਸੰਗ ਦੇ ਹੀ ਨਾ। ਮੈਨੂੰ ਇਹ ਗੈਜਟਸ ਦਾ, ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਕ ਹੈ। ਅਤੇ ਇਹ ਮੈਂ ਲਾ ਲੈਂਦਾ ਇਸ ਤਰ੍ਹਾਂ, ਇਹ ਛੋਟੇ ਜਿਹੇ ਬਡਸ ਨੇ, ਕੰਨ ਦੇ ਵਿੱਚ ਲੱਗ ਜਾਂਦੇ ਨੇ। ਹੁਣ ਇਹਦੇ 'ਚ ਹੈ ਕਿ ਮੈਂ ਕਾਲ 'ਤੇ ਕਿਸੇ ਨਾਲ ਗੱਲ ਵੀ ਕਰ ਸਕਣਾ। ਵੀਡੀਓ ਦੂਸਰੇ ਕੈਮਰੇ ਤੋਂ ਬਣ ਰਹੀ ਹੈ, ਇਹ ਬੰਦ ਜੇਬ 'ਚ ਪਾ ਲਈਏ। ਅਤੇ ਹੁਣ ਹੈਲਮਟ ਪਾਉਂਦੇ ਹਾਂ। ਇਹ ਛੋਟੇ ਬਡਸ ਦਾ ਇਹ ਫਾਇਦਾ ਹੈ ਕਿ ਹੈਲਮਟ ਇਹਦੇ ਉੱਤੇ ਆ ਜਾਂਦਾ ਅਤੇ ਹਵਾ ਵੀ ਨਹੀਂ ਜਾਂਦੀ, ਔਰ ਬਹੁਤ ਅੱਛੀ ਤੁਸੀਂ ਫ਼ੋਨ ਦੇ ਉੱਤੇ ਗੱਲ ਕਰ ਸਕਦੇ ਹੋ। ਮੈਂ ਬਾਈਕ ਦੇ ਦੌਰਾਨ ਚਲਾਉਂਦੇ ਦੌਰਾਨ ਨਾ ਮੈਂ ਫ਼ੋਨ ਮਿਲਾ ਲੈਂਦਾ, ਗੱਪਸ਼ਪ ਲਾ ਲੈਂਦਾ ਦੋਸਤਾਂ ਨਾਲ। ਇਹਦੇ ਉੱਤੇ ਮੈਂ ਆਪਣਾ ਕੈਮਰਾ ਜਿਹੜਾ ਉਹ ਮਾਊਂਟ ਕਰ ਲਾਂਗਾ ਅਤੇ ਤੁਹਾਨੂੰ ਜਿਹੜਾ ਨਾ ਬਹੁਤ ਅੱਛਾ ਇੰਜ ਬਾਈਕ ਵਾਲਾ ਵਿਊ ਆਏਗਾ, ਬੜਾ ਖੂਬਸੂਰਤ। ਹੁਣ ਫਿਲਹਾਲ ਮੈਂ ਇੱਕ ਬੈਂਕ ਦੀ ATM 'ਤੇ ਜਾ ਰਿਹਾ ਅਤੇ ਚਲੋ ਚੱਲਦੇ ਹਾਂ। ਦੋਸਤੋ ਗਲਵਸ ਭੁੱਲ ਗਿਆ ਸਾਂ ਉੱਤੇ ਆਪਣੇ ਕਮਰੇ ਦੇ ਵਿੱਚ, ਦੁਬਾਰਾ ਉੱਤੇ ਗਿਆ ਵਾਂ, ਗਲਵਸ ਲੈ ਕੇ ਆਇਆ ਵਾਂ। ਇਹ ਗਰਮੀਆਂ ਦੇ ਵਿੱਚ ਪਾਉਣ ਵਾਲੇ ਗਲਵਸ ਨੇ, ਸਰਦੀਆਂ 'ਚ ਪਾਉਣ ਵਾਲੇ ਇਹ ਨੇ। ਮੌਸਮ ਦਾ ਪਤਾ ਨਹੀਂ ਲੱਗਦਾ, ਇੱਕਦਮ ਠੰਡ ਹੋ ਜਾਂਦੀ, ਇੱਕਦਮ ਗਰਮੀ ਹੋ ਜਾਂਦੀ।
ਹੁਣ ਇਹ ਜਿਹੜਾ ਹੈ ਇਹ ਬੇਸਿਕਲੀ ਸਨਬਰਨ ਤੋਂ ਬਚਣ ਵਾਸਤੇ ਨੇ। ਸੂਰਜ ਦੀ ਵਜ੍ਹਾ ਤੋਂ ਨਾ ਹੱਥ ਕਾਲੇ ਸਿਆਹ ਹੋ ਜਾਂਦੇ ਨੇ। ਕਈ ਲੋਕ ਕਹਿਣਗੇ ਤੇਰੇ ਹੱਥਾਂ ਦਾ ਪਹਿਲਾਂ ਹੀ ਬੇੜਾ ਗਰਕ ਹੋਇਆ। ਅੱਛਾ, ਹੱਥਾਂ ਦਾ ਕਾਲਾ ਹੋਣਾ ਅਤੇ ਸਨਬਰਨ ਦੇ ਨਾਲ ਹੱਥਾਂ ਦਾ ਕਾਲਾ ਹੋਣਾ 'ਚ ਬੜਾ ਫ਼ਰਕ ਹੈ। ਜਦੋਂ ਸਨਬਰਨ ਹੁੰਦਾ ਯਾਨੀ ਕਿ ਸੂਰਜ ਦੀ ਰੋਸ਼ਨੀ ਦੇ ਬਾਅਦ ਤੋਂ ਸਕਿਨ ਜਿਹੜੀ ਹੈ ਝੁਲਸਦੀ ਹੈ ਨਾ, ਅਤੇ ਇਹ ਸਾਰੀ ਉੱਤੋਂ ਖੱਲੜੀ ਜਿਹੜੀ ਹੈ ਨਾ ਸਖਤ ਹੋ ਜਾਂਦੀ ਹੈ ਔਰ ਇਹ ਉਤਰਨਾ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਸਕਿਨ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। ਸਕਿਨ ਕੈਂਸਰ ਤੱਕ ਤੁਹਾਨੂੰ ਹੋ ਸਕਦਾ ਹੈ, ਕਿਉਂਕਿ ਸਾਡੇ ਜ਼ਿਆਦਾਤਰ ਲੋਕ ਗਲਤ ਇਲਜ਼ਾਮ ਮਸ਼ਹੂਰ ਹੁੰਦਾ ਕਿ ਭਾਈ ਇਹਨੂੰ ਕੀ ਲੋੜ ਹੈ। ਆਪਣੀ ਸਕਿਨ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਇਹ ਵੇਖੋ ਨਾ, ਹੁਣ ਇਹ ਸਿਰਫ ਇਹ 2 ਉਂਗਲੀਆਂ ਨੇ, ਤੁਹਾਨੂੰ ਮੋਬਾਈਲ ਵੀ ਚੱਲਦਾ ਰਹੇਗਾ। ਖਾਸ ਇਹ ਦਸਤਾਨੇ ਨੇ, ਸਪੈਸ਼ਲ ਲੱਭੇ ਨੇ ਮੈਂ, ਔਰ ਬੜੇ ਬਰੀਕ ਨੇ। ਇਹਦੇ 'ਚ ਗਰਮੀ ਵੀ ਨਹੀਂ ਲੱਗਦੀ, ਹੱਥਾਂ ਨੂੰ ਪਸੀਨਾ ਵੀ ਨਹੀਂ ਆਉਂਦਾ, ਔਰ ਅਗਰ ਹੱਥਾਂ ਨੂੰ ਪਸੀਨਾ ਆਵੇ ਤਾਂ ਇਹਦੀ ਗ੍ਰਿਪ ਵੀ ਅੱਛੀ ਹੈ। ਹੁਣ ਕਈ ਲੋਕ ਪੁੱਛਣਗੇ ਕਿ ਸ਼ੋएब भाई ये हमें भेज दो, कहाँ से मिलते हैं ये वो। ਤੁਸੀਂ ਚੀਜ਼ ਨੂੰ ਵੇਖ ਕੇ फ़ौरन ਕਹਿਣਾ ਸ਼ੁਰੂ ਕਰ ਦਿੰਦੇ ਹੋ ਕਿ ਸਾਨੂੰ ਦੇ ਭੇਜ ਦੇ। ਹਾਲਾਂਕਿ ਇਸ ਤਰ੍ਹਾਂ ਦੀ ਹਰ ਚੀਜ਼ ਇੰਟਰਨੈਟ 'ਤੇ ਮੌਜੂਦ ਹੈ। ਮੈਂ ਸ਼ੋਰਟੀ ਨਾਲ ਕਹਿ ਸਕਦਾ ਕਿ ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ ਅਵੇਲੇਬਲ ਹੋਣਗੀਆਂ। ਦਰਾਜ਼ ਤੋਂ ਸਰਚ ਕਰੋ ਕਿਧਰੋਂ, ਬਸ ਮਸਲਾ ਹੈ ਕਿ ਤੁਸੀਂ ਸਰਚ ਕਰਨਾ ਹੈ ਕਿ ਕਿੱਥੋਂ ਇਹ ਲੱਭਦੇ ਨੇ। ਦਸਤਾਨੇ ਤੁਹਾਨੂੰ ਲੱਭ ਜਾਣਗੇ। ਬਹਰਹਾਲ ਅੱਗੇ ਲੇਟ ਹੋ ਗਏ हैं ਕਾफ़ी, ਨਿਕਲੀਏ। ਬਿਸਮਿल्लाह रहमान रहीम। ਸ਼ੁਰੂ ਕਰਨੇ ਆਪਣੇ ਸਫ਼ਰ ਦਾ ਆਗਾਜ਼। ਜਦੋਂ ਮੈਂ ਘਰੋਂ ਬਾਹਰ ਨਿਕਲਣ ਲੱਗਾ ਤਾਂ ਮੈਂ ਇੱਥੇ ਖੜ੍ਹਾ ਹੁੰਦਾ ਵਾਂ। ਖੜ੍ਹਾ ਹੋ ਕੇ ਮੈਂ ਪਹਿਲੇ ਵੇਖਣਾ ਆਪਣੇ ਬਟੂਆ, ਹੱਥ ਲਾ ਕੇ ਵੇਖਣਾ ਕਿ ਬਟੂਆ ਮੇਰੇ ਕੋਲ ਹੈ, ਮੋਬਾਈਲ ਮੇਰੇ ਕੋਲ ਹੈ। ਇਹ ਮੇਰੀ ਇੱਕ ਆਦਤ ਬਣੀ, ਜਿਹਦੀ ਵਜ੍ਹਾ ਤੋਂ ਬਹੁਤ ਹੀ ਘੱਟ ਚਾਂਸ ਹੁੰਦਾ ਹੈ ਕਿ ਮੇਰੀ ਕੋਈ ਚੀਜ਼ ਜਿਹੜੀ ਉਹ ਘਰ ਰਹਿ ਜੇ, ਕੋਈ ਮੈਂ ਚੀਜ਼ ਭੁੱਲ ਜਾਵਾਂ। ਦਿਨ ਦਾ ਆਗਾਜ਼ ਜਿਹੜਾ ਨਾ ਉਹ ਬਹੁਤ ਅੱਛਾ ਹੋਣਾ ਚਾਹੀਦਾ ਹੈ, ਪੋਜ਼ੀਟਿਵ એનર્ਜੀ ਦੇ ਨਾਲ। એનર્ਜੀ ਜਿਹੜੀਆਂ ਨੇ ਉਹ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਅੱਛੀ એનર્ਜੀ ਜਿਹੜੀ ਹੈ ਉਹ ਤੁਹਾਨੂੰ ਬਹੁਤ ਅੱਛੇ ਮੂਡ 'ਚ ਰੱਖਦੀ ਹੈ, ਔਰ ਤੁਹਾਨੂੰ ਲੋਕ ਵੀ ਅੱਛੇ ਮਿਲਣਾ ਸ਼ੁਰੂ ਹੋ ਜਾਂਦੇ ਨੇ। ਇਸ ਵਜ੍ਹਾ ਤੋਂ ਕੋਈ ਬੰਦਾ ਨੈਗੇਟਿਵ ਗੱਲ ਕਰੇ, ਕੋਈ ਤੁਹਾਨੂੰ ਨੈਗੇਟਿਵ એનર્ਜੀ ਦੇਵੇ ਤਾਂ ਉਹਦੇ ਤੋਂ ਦੂਰ ਹੋ ਜਾਓ। ਬਾਈਕ ਦਾ ਪੈਟਰੋਲ ਵੀ ਵੇਖ ਲੈਣਾ ਵਾ ਮੈਂ ਘਰੋਂ ਨਿਕਲਣ ਤੋਂ ਪਹਿਲੇ। ਪੈਟਰੋਲ ਵੀ ਬਾਈਕ ਦਾ ਪੂਰਾ ਫੁੱਲ ਹੈ। मौसम ज़बरदस्त आहिस्ता आहिस्ता खुलना शुरू हो गया है। इस वजह तो मैं उस मौसम के लिहाज नाल कपड़े पाए ने, ना बहुत ज़्यादा गर्म ना बहुत ज़्यादा ठंडे। बस उम्मीद करना कि अज बारिश ना होवे। बाइक के उत्ते जाना सब तो ज़्यादा जापान दे विच अगर कोई प्रॉब्लम है ना बाइक के उत्ते, वो सिर्फ बारिश दी है। उस तो इलावा मज़े ही मज़े ने, इंजॉय। और जापान दे विच बाइक रखना गुरबत ਦੀ ਨਿਸ਼ਾਨੀ ਨਹੀਂ ਬਲਕਿ ਇੱਕ ਲਗਜ਼ਰੀ ਹੈ ਕਿ ਬੰਦਾ ਕਾਰ ਤੇ ਅਫੋਰਡ ਕਰ ਲੈਂਦਾ ਹੈ। ਬਾਈਕ ਰੱਖਣਾ ਹਰ ਬੰਦੇ ਦੀ ਵੱਸ ਦੀ ਗੱਲ ਨਹੀਂ। ਅੱਛਾ, ਅਫੋਰਡ ਦਾ ਮਤਲਬ ਇਹ ਨਹੀਂ ਕਿ ਸਿਰਫ ਪੈਸਿਆਂ ਵੱਲੋਂ। ਪੈਸੇ ਤਾਂ ਇੱਥੇ ਲੋਕਾਂ ਕੋਲ ਇੰਨੇ ਨੇ ਕਿ ਉਹ ਮਤਲਬ ਹੈ ਕਿ ਉਹ 10 ਬਾਈਕਾਂ ਛੱਡ ਕੇ 100 ਬਾਈਕਸ ਵੀ ਲੈ ਸਕਦੇ ਨੇ, ਲੇਕਿਨ ਉਹਨੂੰ ਰੱਖਣਾ, ਉਹਨੂੰ ਸੰਭਾਲਣਾ, ਉਹਨੂੰ ਮੇਨਟੇਨ ਕਰਨਾ ਔਰ ਫਿਰ ਉਹਦੇ ਉੱਤੇ ਸਫ਼ਰ ਕਰਨਾ ਇਸ ਤਰ੍ਹਾਂ ਮਤਲਬ ਹੈ ਕਿ ਘੁੰਮਣਾ ਫਿਰਨਾ, ਉਹ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ। ਨਾ ਹੀ ਕਿਸੇ ਕੋਲ ਇੰਨਾ ਟਾਈਮ ਹੁੰਦਾ ਹੈ। ਇਹ ਜਿਹੜੀ ਕੰਪਨੀ ਹੈ ਨਾ ਰਾਈਟ ਸਾਈਡ ਦੇ ਉੱਤੇ, ਇਹ ਪਿਛਲੇ 2-3 ਮਹੀਨਿਆਂ 'ਚ ਬਣੀ ਹੈ। ਬਹੁਤ ਵੱਡੀ ਇੱਕ ਵੇਅਰ ਹਾਊਸ ਹੈ ਇੱਕ ਨਾ, ਔਰ ਇਹ ਮੁਖਤਲਿਫ ਕੰਪਨੀਜ਼ ਨੂੰ ਸਰਵਿਸਿਜ਼ ਪ੍ਰੋਵਾਈਡ ਕਰੇਗਾ। ਵੇਅਰ ਹਾਊਸ ਸਾਰੇ ਮੁਖਤਲਿਫ, ਜੈਸੇ ਕਿ ਐਮਾਜ਼ੋਨ ਹੋ ਗਿਆ, ਮੁਖਤਲਿਫ ਜਿਹੜੀਆਂ ਲੌਜਿਸਟਿਕ ਕੰਪਨੀਜ਼ ਨੇ ਉਹਨਾਂ ਨੂੰ ਇਹ ਵੇਅਰ ਹਾਊਸ ਦੇਗਾ। ਇੱਥੇ ਟਰੱਕਸ ਲੱਗਿਆ ਕਰਨਗੇ ਆ ਕੇ, ਔਰ ਆਪਣਾ ਸਮਾਨ ਜਿਹੜਾ ਉਹ ਸੌਰਟ ਕਰਿਆ ਕਰਨਗੇ। ਸੌਰਟ ਮਤਲਬ ਕਿ ਮੁਖਤਲਿਫ ਸ਼ਹਿਰਾਂ ਦਾ ਸਮਾਨ ਇੱਥੇ ਆ ਕੇ ਯਾਨੀ ਕਿ ਡਿਵਾਈਡ ਹੋਏਗਾ ਅਤੇ ਫਿਰ ਅੱਗੇ ਜਾਏਗਾ। ਯਾਨੀ ਕਿ ਮੇਨ ਹੱਬ ਇੱਥੇ ਨਾ ਬਣਿਆ ਇੱਕ ਤਰ੍ਹਾਂ ਦਾ। ਤੁਸੀਂ ਵੇਖ ਰਹੇ ਹੋ ਜਾਪਾਨ 'ਚ ਨਾ ਟਰੱਕ ਬਹੁਤ ਜ਼ਿਆਦਾ ਨੇ, ਟਰੱਕ ਹੀ ਟਰੱਕ ਨੇ, ਬਹੁਤ ਜ਼ਿਆਦਾ ਟਰੱਕਸ ਨੇ। ਪਹਿਲੇ ਵੀ ਮੈਂ ਇੱਕ ਵੀਡੀਓ 'ਚ ਦੱਸਿਆ ਸੀ ਕਿ ਇੱਥੇ ਟਰੱਕ ਡਰਾਈਵਰ ਦੀ ਜੌਬਸ ਬਹੁਤ ਜ਼ਿਆਦਾ ਨੇ ਜਾਪਾਨ ਦੇ ਵਿੱਚ, ਲੇਕਿਨ ਉਹਦੇ ਵਾਸਤੇ ਕੁਝ ਰਿਕੁਆਇਰਮੈਂਟਸ ਨੇ, ਕੁਝ ਟੈਸਟ ਨੇ ਜਿਹੜੇ ਤੁਹਾਨੂੰ ਪਾਸ ਕਰਨੇ ਪੈਂਦੇ ਨੇ। ਤੁਸੀਂ ਕੁਝ ਕਰਨ ਵਾਲੇ ਹੋਵੋ। ਮੈਂ ਤੁਹਾਨੂੰ ਸਿਰਫ ਇੰਨਾ ਕਹਾਂਗਾ, ਕਿਸੇ ਵੀ ਤਰੀਕੇ ਨਾਲ ਜਾਪਾਨੀ ਜ਼ੁਬਾਨ ਸਿੱਖੋ, ਕਿਸੇ ਵੀ ਤਰੀਕੇ ਨਾਲ, ਅਤੇ ਪਹਿਲਾ ਨੰਬਰ ਤੁਹਾਡਾ ਹੋਏਗਾ। ਜਦੋਂ ਵੀ ਵੀਜ਼ੇ ਖੁੱਲ੍ਹਣਗੇ, ਆਸਾਨੀ ਪੈਦਾ ਹੋਏਗੀ ਨਾ ਜਾਪਾਨ ਆਉਣ ਵਾਸਤੇ, ਅਤੇ ਪਹਿਲਾ ਨੰਬਰ ਤੁਹਾਡਾ ਹੋਏਗਾ ਜਿਹਨੂੰ ਜਾਪਾਨੀ ਜ਼ੁਬਾਨ ਆਉਂਦੀ ਹੈ, ਕਿਉਂਕਿ ਜਾਪਾਨੀ ਜ਼ੁਬਾਨ ਅਵਲੀਨ ਤਰਜੀਹ ਹੈ ਇਹਨਾਂ ਦੀ, ਪਹਿਲੀ ਤਰਜੀਹ ਹੈ ਜਾਪਾਨੀ ਜ਼ੁਬਾਨ। ਉਸ ਤੋਂ ਬਗੈਰ ਨਹੀਂ ਹੈ ਅਤੇ ਸਰਵਾਈਵ ਵੀ ਨਹੀਂ ਹੋ ਸਕਦਾ। ਔਰ ਇਹ ਬਹੁਤ ਦੇਖਣ ਨੂੰ ਮੁਸ਼ਕਿਲ ਲੱਗਦਾ ਹੋਏਗਾ, ਬਹੁਤ ਆਸਾਨ ਹੈ, ਕਿਉਂਕਿ ਇਹ ਤਾਂ ਹਰ ਬੰਦੇ ਨੇ ਆਪਣੀ ਲੇਨ ਦੇ ਵਿੱਚ ਰਹਿਣਾ ਹੈ। ਹਰ ਬੰਦੇ ਨੇ ਆਪਣੀ ਲੇਨ ਦੇ ਵਿੱਚ ਰਹਿਣਾ। ਇਹ ਟਰੱਕ ਹੈ ਨਾ, ਮੈਨੂੰ ਇਹਦਾ ਕੋਈ ਇਹਦੀ ਖਤਰਾ ਨਹੀਂ ਹੈ ਕਿ ਇੱਕਦਮ ਇੱਧਰ ਆ ਜਾਏਗਾ
मेरा एक्सीडेंट हो जाएगा, अल्लाह ना करे, ट्रक अपनी लेन च रहेगा और थल्ले ही रहेगा। ज़्यादातर ना वैसे तो इंसान गलतियां करते ही ने ना, एक्सीडेंट फिर जो इतने होंगे ने बड़े बड़े हैवी एक्सीडेंट होंगे ने, बड़े बड़े ਵੱਡੇ एक्सीडेंट होंगे ने, ਗੱਡੀਆਂ ਪੂਰੀਆਂ ਤਬਾਹ ਹੋ ਜਾਂਦੀਆਂ। ਇਹ ਵੇਖ ਹੀ ਸਕਦੇ ਹੋ ਤੁਸੀਂ ਇੱਥੇ ਕੀ ਹੀ ਮੁਸ਼ਕਲ ਹੋਣੀ ਹੈ ਡਰਾਈਵਿੰਗ ਨਾ। ਸਿਰਫ ਇੱਥੋਂ ਦੇ ਰੂਲਸ ਮੁਸ਼ਕਿਲ ਨੇ ਯਾਦ ਕਰਨਾ। ਜੈਸਾ ਕਿ ਹੁਣ ਬਾਜ਼ਗਾਤ ਇੰਝ ਹੁੰਦਾ ਕਿ ਇਹ ਜਾਣ ਵਾਲੀ ਸੜਕ ਹੈ ਤੇ ਇਹ ਸੜਕ ਹੈ ਸਿਰਫ ਸੱਜੇ ਮੁੜਨ ਵਾਲੀ ਹੈ ਨਾ। ਹੁਣ ਮੈਂ ਇੱਥੇ ਖੜਾ ਹੋਵਾਂਗਾ ਨਾ ਤੇ ਇੱਥੇ ਖੜਾ ਹੋ ਕੇ ਮੈਂ ਸਿੱਧਾ ਨਹੀਂ ਜਾ ਸਕਦਾ, ਮੈਨੂੰ ਸੱਜੇ ਹੀ ਜਾਣਾ ਪੈਣਾ। ਅਗਰ ਮੈਂ ਇੱਧਰੋਂ ਸਿੱਧਾ ਚਲਾ ਗਿਆ ਤੇ ਕਿਸੇ ਪੁਲਿਸ ਨੇ ਮੈਨੂੰ ਵੇਖ ਲਿਆ ਤੇ ਮੇਰਾ ਚਲਾਨ ਹੋ ਜਾਣਾ। ਛੋਟੇ ਛੋਟੇ ਰੂਲਸ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ। ਬਾਜ਼ਗਾਤ ਇੰਝ ਹੁੰਦਾ ਕਿ ਸਿਰਫ ਜਾਣ ਵਾਲਾ ਇਸ਼ਾਰਾ ਖੁੱਲ੍ਹਾ ਹੁੰਦਾ ਹੈ ਤੇ ਸੱਜੇ ਮੁੜਨ ਵਾਲਾ ਇਸ਼ਾਰਾ ਬੰਦ ਹੁੰਦਾ ਹੈ। ਇਸ ਵਜ੍ਹਾ ਤੋਂ ਸੱਜੇ ਵਾਲੇ ਨੇ ਇਸ਼ਾਰੇ ਦੇ ਕੋਲ ਆ ਕੇ ਖਲੋ ਜਾਣਾ ਹੈ, ਸਿਰਫ ਜਾਣ ਵਾਲੇ ਜਾ ਸਕਦੇ ਨੇ। ਉਹ ਬਸ ਸ਼ੁਰੂਆਤੀ ਤੌਰ ਦੇ ਉੱਤੇ ਹੀ ਤੁਹਾਨੂੰ ਯਾਦ ਕਰਨਾ ਪੈਂਦਾ। ਹੁਣ ਮੈਂ ਜਾ ਰਿਹਾ ਵਾਂ ਇੱਕ ATM, ਉੱਥੇ ਮੈਂ ਆਪਣੇ ਪੈਸੇ ਜਮ੍ਹਾਂ ਕਰਾਵਾਂਗਾ। ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਉੱਥੇ ਕੁਝ ਡਾਕੂਮੈਂਟਸ ਨੇ ਉਹ ਰਿਸੀਵ ਕਰਾਂਗਾ। ਫਿਰ ਆਪਣੀ ਫੂਡ ਡਿਲੀਵਰੀ ਜਿਹੜੀ ਉਹ ਸ਼ੁਰੂ ਕਰ ਦਿਆਂਗਾ, ਫੂਡ ਡਿਲੀਵਰੀ ਵਾਲੀ ਜੋਬ। ਇਹ ਜਿਹੜਾ ਪੁੱਲ ਹੈ ਨਾ, ਇਹ ਟੂਲ ਹੈ ਨਾ, ਇਹਦੇ ਉੱਤੇ ਯਾਨੀ ਕਿ ਕਾਰ ਦੇ ਉੱਤੇ 100 ਯਨ ਲੱਗਦਾ, ਇਸ ਮੋਟਰਸਾਈਕਲ ਦੇ ਉੱਤੇ ਸਿਰਫ 10 ਯਨ ਲੱਗਦੇ ਨੇ। ਹੁਣ ਮੈਂ ਅਗਰ ਉੱਥੇ ਜਾਵਾਂਗਾ ਨਾ, ਉੱਥੇ ਜਾ ਕੇ ਮੈਂ ਇਸ ਤਰ੍ਹਾਂ ਖੜਾ ਹੋਵਾਂਗਾ ਪੈਸੇ ਕੱਢਣ ਵਾਸਤੇ ਨਾ, ਤੇ ਮੇਰੇ ਜਿਹੜੀਆਂ ਪਿੱਛੇ ਗੱਡੀਆਂ ਖੜੀਆਂ ਹੋਣਗੀਆਂ ਉਹਨਾਂ ਨੂੰ ਪ੍ਰੋਬਲਮ ਹੋਏਗੀ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ। ਇਹ ਮੈਂ ਪਾਕਿਸਤਾਨ 'ਚ ਵੀ ਸਾਂ, ਮੈਂ ਉਦੋਂ ਵੀ ਇੰਝ ਹੀ ਕਰਨਾ ਕੋਸ਼ਿਸ਼ ਕਰਨਾ ਸਾਂ, ਲੇਕਿਨ ਉਦੋਂ ਇੰਨੀ ਸੈਂਸ ਨਹੀਂ ਸੀ ਨਾ ਹੁੰਦੀ। ਇਰਦ ਗਿਰਦ ਸਾਰੇ ਜਿਹੜੇ ਨੇ ਉਹ ਫੋਲੋ ਹੀ ਨਹੀਂ ਸੀ ਕਰਦੇ, ਤੇ ਫਿਰ ਮੈਂ ਵੀ ਉਸ ਤਰ੍ਹਾਂ ਕਰਦਾ ਸੀ। ਲੇਕਿਨ ਮੇਰੇ ਅੰਦਰ ਸੈਂਸ ਮੌਜੂਦ ਸੀ। ਇਹ ਜਿਹੜੇ ਬੰਦੇ ਕੁਝ ਆਖਦੇ ਨਾ ਕਿ ਤੂੰ ਇਹ ਪਾਕਿਸਤਾਨ ਕਿਉਂ ਨਹੀਂ ਕਰਦਾ, ਉਹਨਾਂ ਨੂੰ ਇਹ ਕਹਾਂਗਾ ਕਿ ਪਾਕਿਸਤਾਨ ਦੇ ਅੰਦਰ ਵੀ ਮੇਰੇ 'ਚ ਸੈਂਸ ਮੌਜੂਦ ਸੀ, ਲੇਕਿਨ ਕਾਰਾਮਦ ਸਾਬਤ ਨਹੀਂ ਸੀ ਹੁੰਦੀ। ਅਤੇ ਇੱਥੇ ਅਲਹਮਦੁਲਿਲਾ ਜਾਪਾਨ 'ਚ ਆ ਕੇ ਆਪਣੀਆਂ ਸਾਰੀਆਂ ਸੈਂਸਾਂ ਜਿਹੜੀਆਂ ਨੇ ਉਹਨਾਂ ਦਾ ਫ਼ਾਇਦਾ ਉਠਾ ਰਹੇ ਹਾਂ। ਇਹ ਹੁਣ 10 ਰੁਪਏ ਦਾ ਸਿੱਕਾ ਹੈ, ਠੀਕ ਹੈ। ਇਹ ਹੁਣ ਉੱਥੇ ਦਿਆਂਗੇ ਤੇ ਟੂਲ ਜਿਹੜਾ ਕਲੀਅਰ ਹੋ ਜਾਏਗਾ ਤੇ ਨਾਲ ਹੀ ਨਿਕਲ ਜਾਵਾਂਗੇ, ਠੀਕ ਹੈ ਨਾ। ਇਹ ਰੀਸੈਂਟਲੀ ਕੁਝ ਸਾਲ ਪਹਿਲੇ ਇਹ ਬ੍ਰਿਜ ਬਣਿਆ। ਇਹਦੇ ਬਹੁਤ ਵੱਡਾ ਦਰਿਆ ਹੁੰਦਾ ਸੀ ਤੇ ਇਹਦੇ 'ਚ ਇੱਕ ਪੁੱਲ ਹੁੰਦਾ, ਜਿਸ ਤਰ੍ਹਾਂ ਲਾਹੌਰ ਦੇ ਵਿੱਚ ਰਾਵੀ ਦੇ ਪੁੱਲ ਦੇ ਉੱਤੇ ਹਮੇਸ਼ਾ ਹੀ ਰਸ਼ ਹੀ ਰਹਿੰਦਾ ਸੀ ਨਾ, ਬਹੁਤ ਜ਼ਿਆਦਾ। ਸ਼ਾਇਦ ਅਜੇ ਵੀ ਟ੍ਰੈਫਿਕ ਫਸੀ ਹੁੰਦੀ ਆ, ਪਤਾ ਨਹੀਂ ਨਵਾਂ ਬਣ ਗਿਆ ਕਿ ਨਹੀਂ, ਮੈਨੂੰ ਨਹੀਂ ਯਾਦ। ਦੱਸਣਾ ਹਾਂ ਭਲਾ, ਰਾਵੀ ਦੇ ਉੱਤੇ ਕੋਈ ਨਵਾਂ ਪੁੱਲ ਬਣਿਆ ਜਿਹਦੇ ਉੱਤੇ ਟ੍ਰੈਫਿਕ ਦਾ ਮਸਲਾ ਹੱਲ ਹੋਇਆ ਹੋਵੇ ਲਾਹੌਰ ਦਾ। ਪਰ ਇਹ ਵੀ ਉਸੇ ਤਰ੍ਹਾਂ ਦਾ ਇੱਕ ਨਵਾਂ ਪੁੱਲ ਬਣਾਇਆ ਗਿਆ ਔਰ ਇਹਦੇ ਵਿੱਚ ਸੈਂਟਰ ਦੇ ਵਿੱਚ ਸਸਪੈਂਸ਼ਨ ਲਾ ਦਿੱਤੀ ਹੈ, ਮਤਲਬ ਤਾਰਾਂ ਦੇ ਉੱਤੇ ਵਜ਼ਨ ਖੜਾ ਹੈ, ਕਿਉਂਕਿ ਇਹ ਥੱਲੇ ਦਰਿਆ ਹੈ ਇਹਦੇ। ਤੇ ਇਹ ਬਹੁਤ ਚੌੜਾ ਪੁੱਲ ਬਣਾਇਆ ਨਾ, ਬ੍ਰਿਜ ਦਾ ਜਿਹੜਾ ਵਜ਼ਨ ਹੈ ਨਾ ਇਹਨਾਂ ਤਾਰਾਂ ਦੇ ਉੱਤੇ ਵੇ ਕੋਈ ਬਾਰਾ। ਇਹ ਟੂਲ ਦਾ ਗੇਟ ਹੈ ਇੱਥੇ। ਹੁਣ ਮੈਂ ਵੇਖੋ ਨਾ, ਹੁਣ ਇਹ ਟ੍ਰੈਫਿਕ ਜਿਹੜੀ ਰੁਕ ਗਈ ਹੈ ਨਾ। ਅਗਰ ਮੈਂ ਅੱਗੇ ਹੁੰਦਾ ਤੇ ਮੈਂ ਉੱਥੇ ਜਾ ਕੇ ਫਿਰ ਮੋਟਰਸਾਈਕਲ ਆਪਣੀ ਖਿਲਾਰ ਕੇ ਤੇ ਵਿੱਚੋਂ ਪੈਸੇ ਕੱਢਣਾ ਸ਼ੁਰੂ ਹੋ ਜਾਂਦਾ। ਤੇ ਪਿਛਲੀਆਂ ਗੱਡੀਆਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੋਣੀ ਸੀ। ਪ੍ਰੋਬਲਮ ਤੇ ਖੈਰ ਨਹੀਂ ਹੋਣੀ ਸੀ, ਐਡਾ ਵੀ ਕੀ ਹੈ, ਲੇਕਿਨ ਕਿ ਬਸ ਅਹਿਸਾਸ ਦੀ ਗੱਲ ਹੈ ਨਾ, ਕਿ ਅਹਿਸਾਸ ਕਰਨਾ ਤੁਸੀਂ। ਐ ਫਟਾਫਟ ਫੜਾਵਾਂਗੇ ਤੇ ਨਿਕਲ ਜਾਵਾਂਗੇ। ਹੁਣ ਤੁਸੀਂ ਉਹ ਵੇਖਣਾ, ਜਿਹੜਾ ਬਾਬਾ ਉੱਥੇ ਟੂਲ ਦੇ ਖੜਾ ਹੈ ਨਾ, ਉਹ ਕਿਸ ਤਰ੍ਹਾਂ ਮੇਰਾ ਸ਼ੁਕਰੀਆ ਅਦਾ ਕਰੇਗਾ ਔਰ ਮੈਨੂੰ ਪੁੱਛੇਗਾ ਰਸੀਦ ਲੈਣੀ ਹੈ ਕਿ ਨਹੀਂ ਲੈਣੀ। ਮੈਂ ਉਹਨੂੰ ਕਹਾਂਗਾ ਰਸੀਦ ਨਹੀਂ ਲੈਣੀ, ਉਹ ਫਿਰ ਮੇਰਾ ਸ਼ੁਕਰੀਆ ਅਦਾ ਕਰੇਗਾ। ਓਕੇ ਠੀਕ ਹੈ। ਚਲੋ ਚਲੋ ਚਲੋ, ਇਹ ਹੁਣ ਕ੍ਰਾਸ ਲੱਗੇ ਨੇ 2 ਸਾਈਡਾਂ 'ਤੇ। ਇਹਦਾ ਮਤਲਬ ਹੈ ਕਿ ਸਿਰਫ ਸੈਂਟਰ ਦੇ ਵਿੱਚ ਟ੍ਰੈਫਿਕ ਜਾ ਸਕਦੀ ਹੈ। ਇਹਦੇ ਕੋਲ ਹੁਣ ਰਸੀਦ ਮੰਗਾਂਗਾ, ਜ਼ਰਾ ਵੇਖਣਾ। ਇਹ ਰਸੀਦ ਮੈਂ ਜਾਣ ਕੇ ਲਈ ਹੈ, ਸਿਰਫ ਤੁਹਾਨੂੰ ਦੱਸਣ ਵਾਸਤੇ ਕਿ 10 ਰੁਪਏ ਦੀ ਕੋਈ ਔਕਾਤ ਨਹੀਂ ਇੱਥੇ, ਕੋਈ ਵੈਲਿਊ ਨਹੀਂ। ਲੇਕਿਨ 10 ਰੁਪਏ ਦੀ ਵੀ ਅਗਰ ਤੁਸੀਂ ਹਿਸਾਬ ਲੈਣ ਕਿਸੇ ਨੂੰ ਦੇਣਾ ਤੇ ਇਹ ਤੁਹਾਨੂੰ 10 ਰੁਪਏ ਦੀ ਵੀ ਰਸੀਦ ਦੇਣਗੇ। ਤੁਹਾਡੀ ਮਰਜ਼ੀ ਹੈ ਲਵੋ ਜਾਂ ਨਾ ਲਵੋ। ਇੱਕ ਜਾਪਾਨੀ ਅਗਰ ਉਹ 8 ਘੰਟੇ ਦੀ ਜੋਬ ਕਰਦਾ, ਉਹ 8 ਘੰਟੇ ਆਖਰੀ ਘੰਟੇ ਦੇ ਆਖਰੀ ਮਿੰਟ ਤੱਕ ਉਹਦੇ ਬਿਹੇਵੀਅਰ ਦੇ ਵਿੱਚ, ਉਹਦੇ ਮੂਡ ਦੇ ਵਿੱਚ, ਉਹਦੀ ਰਿਸਪੈਕਟ ਦੇਣ, ਕਸਟਮਰ ਨੂੰ ਰਿਸਪੈਕਟ ਦੇਣ ਦੇ ਵਿੱਚ ਜ਼ਰਾ ਵੀ ਕੋਈ ਚੇਂਜਿੰਗ ਨਹੀਂ ਆਏਗੀ। ਪੁਲ ਤੱਕ ਦਾ ਰਸਤਾ ਮੈਨੂੰ ਪਤਾ ਸੀ, ਹੁਣ ਪੁਲ ਤੋਂ ਉਤਰਿਆ ਵਾਂ, ਨਾਲ ਹੀ ਮੈਂ ਮੈਪ ਲਾ ਲਿਆ। ਇਹ ਵੇਖ ਰਹੇ ਹੋ ਤੁਸੀਂ, ਇਹ ਟੋਯੋਟਾ ਦੀ ਬਹੁਤ ਵੱਡੀ ਔਕਸ਼ਨ ਹੈ ਓਸਾਕਾ ਦੇ ਅੰਦਰ ਨਾ। ਇੱਥੇ ਬਹੁਤ ਜ਼ਿਆਦਾ ਲੋਕ ਆਪਣੀਆਂ ਗੱਡੀਆਂ ਸੇਲ ਕਰਦੇ ਨੇ ਔਰ ਖ਼ਰੀਦਦੇ ਨੇ, ਪਾਕਿਸਤਾਨੀ ਖਾਸ ਤੌਰ 'ਤੇ। ਹੁਣ ਇਹ ਰਸੀਦ ਇਹ ਤੁਹਾਨੂੰ ਛੋਟੀ ਛੋਟੀਆਂ ਗੱਲਾਂ ਦੱਸ ਰਿਹਾ। ਇਹ ਮੈਨੂੰ ਤੋੜ ਮਰੋੜ ਕੇ ਥੱਲੇ ਨਹੀਂ ਸੁੱਟਣਾ, ਇਹਨੂੰ ਮੈਂ ਜੇਬ 'ਚ ਪਾਉਣਾ।
ਇਹਨੂੰ ਮੈਂ ਘਰ ਜਾ ਕੇ ਸੁੱਟਣਾ, ਠੀਕ ਹੈ ਨਾ। ਥੋੜੀ ਛੋਟੀ ਚੀਜ਼ ਜਿਹੜੀ ਹੈ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵਾ, ਇਸ ਵਜ੍ਹਾ ਤੋਂ ਕਿ ਸ਼ਾਇਦ ਤੁਹਾਨੂੰ ਫੀਲ ਕਰਾਉਣ ਵਾਸਤੇ, ਕਿ ਤੁਹਾਨੂੰ ਜਾਪਾਨ ਦੀ ਲਾਈਫ ਫੀਲ ਹੋਵੇ ਕਿ ਇੱਥੇ ਅਸੀਂ ਕਿਸ ਤਰ੍ਹਾਂ ਰਹਿੰਦੇ ਹਾਂ, ਔਰ ਕੋਈ ਸਾਡਾ ਦਮ ਦੁਮ ਨਹੀਂ ਘੁੱਟਦਾ। ਕਈ ਲੋਕ ਕਮੈਂਟ ਕਰਦੇ ਨੇ ਕਿ ਸ਼ੇਬ ਭਾਈ ਇੰਨੀ ਸਫਾਈ ਦੇ ਵਿੱਚ ਤੁਹਾਡਾ ਦਮ ਨਹੀਂ ਘੁੱਟਦਾ। ਨਹੀਂ, ਮੈਨੂੰ ਤਾਂ ਬੜਾ ਮਜ਼ਾ ਆਉਂਦਾ। ਆਪਣਾ ਖੜੇ ਆਰਾਮ ਨਾਲ, ਇਸ਼ਾਰਾ ਖੁੱਲ੍ਹੇਗਾ ਤੇ ਜਾਣਾ ਬਸ, ਠੀਕ ਹੈ। ਸਾਰੇ ਬੰਦੇ ਆਪਣੀ ਆਪਣੀ ਆਵਾਜ਼ ਦਾ ਇੰਤਜ਼ਾਰ ਕਰ ਰਹੇ ਨੇ, ਕੋਈ ਟ੍ਰੈਫਿਕ ਬਲੌਕ ਨਹੀਂ, ਕੋਈ ਮਸਲਾ ਨਹੀਂ, ਕੋਈ ਪਰੇਸ਼ਾਨੀ ਨਹੀਂ। ਇੱਕ ਅਗਲੇ ਇਸ਼ਾਰੇ 'ਤੇ ਮੈਂ ਖੜਾ ਹੋਇਆ ਵਾਂ ਅਤੇ ਤੁਸੀਂ ਵੇਖ ਰਹੇ ਹੋ ਕਿ ਇੱਕ ਉਹ 2 ਲਾਈਟਾਂ ਨੇ, ਇੱਕ ਸੱਜੇ ਪਾਸੇ ਵਾਲੀ ਰੈੱਡ ਹੈ ਅਤੇ ਖੱਬੇ ਪਾਸੇ ਵਾਲੀ ਗਰੀਨ ਹੈ। ਅਤੇ ਜਿਹੜੀ ਖੱਬੇ ਵਾਲੀ ਲਾਈਟ ਹੈ ਨਾ, ਉਹ ਇਸ ਸੜਕ ਵਾਸਤੇ ਵੇ, ਇਸ ਵਜ੍ਹਾ ਤੋਂ ਉਹਨੂੰ ਮੱਧਮ ਕਰ ਦਿੱਤਾ ਗਿਆ ਹੈ, ਤਾਂ ਕਿ ਇੱਥੇ ਖੜਾ ਹੋ ਕੇ ਮੈਂ ਵੇਖਾਂਗਾ ਅਤੇ ਉਹ ਮੈਨੂੰ ਮੱਧਮ ਨਜ਼ਰ ਆਏਗੀ। ਜਿਹੜੇ ਲੈਫਟ ਸਾਈਡ ਵਾਲੇ ਲੋਕ ਨੇ ਉਹਨਾਂ ਨੂੰ ਤੇਜ਼ ਨਜ਼ਰ ਆਏਗੀ। ਹੁਣ ਮੇਰਾ ਇਸ਼ਾਰਾ ਖੁੱਲ੍ਹਿਆ, ਹੁਣ ਮੈਂ ਖੱਬੇ ਮੁੜਨਾ। ਕੈਸਾ ਇਸ਼ਾਰਿਆਂ ਨੂੰ ਵੀ ਜਿਹੜਾ ਨਾ ਕਿ ਗਲੀਆਂ ਦੇ ਹਿਸਾਬ ਨਾਲ ਉਹਨਾਂ ਨੇ ਮੋੜ ਕੇ ਉਸ ਤਰ੍ਹਾਂ ਕਰ ਦਿੱਤਾ ਹੈ, ਜਿਸ ਤਰ੍ਹਾਂ ਕਿ ਨਾ ਇੱਕ ਸਾਈਡ ਨੂੰ ਨਜ਼ਰ ਆਵੇ, ਇੱਕ ਸਾਈਡ ਨੂੰ ਨਾ ਨਜ਼ਰ ਆਵੇ। ਸਹੀ ਕਿੰਨੀ ਪਤਲੀ ਗਲੀ ਹੈ, ਤੰਗ, ਅਤੇ ਇੱਥੇ ਵੀ ਵੇਖ ਲਓ ਬੱਸਾਂ ਚੱਲ ਰਹੀਆਂ ਨੇ। ਇੱਥੇ ਹੁਣ ਡਰਾਈਵਿੰਗ ਥੋੜ੍ਹੀ ਜਿਹੀ ਮੁਸ਼ਕਿਲ ਹੈ ਇਸ ਜਗ੍ਹਾ 'ਤੇ ਨਾ, ਬਹੁਤ ਤਹਮੁਲ ਨਾਲ, ਆਰਾਮ ਨਾਲ ਚਲਾਉਣੀ ਪੈਂਦੀ ਹੈ, ਖਾਸ ਤੌਰ 'ਤੇ ਵੱਡੀ ਗੱਡੀ ਜਿਹੜੀ ਹੈ, ਕਾਰ ਵਗੈਰਾ। ਬਾਈਕ ਦਾ ਤਾਂ ਕੋਈ ਮਸਲਾ ਨਹੀਂ। ਅੱਛਾ, ਇਹ ਪੈਟਰੋਲ ਪੰਪ ਹੈ, ਮੁਹੱਲੇ ਦੇ ਅੰਦਰ ਹੈ, ਠੀਕ ਹੈ। ਇੱਥੇ ਰੇਟ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਇਹ ਵੇਖ ਰਹੇ ਹੋ, ਜਾਪਾਨ ਦੇ ਵਿੱਚ ਅਕਸਰ ਲੋਕ ਪੁੱਛਦੇ ਨੇ ਕਿ ਹਰ ਪੈਟਰੋਲ ਪੰਪ 'ਤੇ ਸੇਮ ਰੇਟ ਹੁੰਦਾ ਹੈ। ਜਾਪਾਨ ਦੇ ਵਿੱਚ ਹਰ ਪੈਟਰੋਲ ਪੰਪ 'ਤੇ ਸੇਮ ਰੇਟ ਨਹੀਂ ਹੁੰਦਾ। ਉਹਦੀ ਵਜ੍ਹਾ ਇਹ ਵੇ ਕਿ ਜਿਸ ਜਗ੍ਹਾ ਦੇ ਉੱਤੇ ਜ਼ਿਆਦਾ ਕੋਸਟ ਆਉਂਦੀ ਹੈ ਪੈਟਰੋਲ ਪੰਪ ਨੂੰ ਤੇਲ ਵੇਚਣ ਵਾਸਤੇ, ਜਿੱਥੇ ਕਸਟਮਰ ਵੀ ਘੱਟ ਹੁੰਦਾ ਔਰ ਉਹਨਾਂ ਨੂੰ ਜ਼ਿਆਦਾ ਖਰਚਾ ਕਰਨਾ ਪੈਂਦਾ ਉੱਥੇ ਨਾ, ਉਸ ਹਿਸਾਬ ਨਾਲ ਤੇਲ ਦੀ ਕੀਮਤ ਉੱਥੇ ਥੱਲੇ ਹੋ ਸਕਦੀ ਹੈ। ਚਾਚਾ ਜਿਹੜਾ ਨਾ ਸਾਈਕਲ ਵਾਲਾ, ਇਹ ਚੱਲਦੀ ਫਿਰਦੀ ਮੌਤ ਹੁੰਦੀ ਹੈ, ਇਹਨਾਂ ਕੋਲੋਂ ਬਚਣਾ ਚਾਹੀਦਾ। ਇਹ ਵੇਖ ਰਹੇ ਹੋ, ਇਹ ਨੀਲੀਆਂ ਲੈਣਾ, ਇਹ ਨੀਲੀਆਂ ਲੈਣਾ ਸਾਈਕਲ ਵਾਸਤੇ ਬਣਾਈਆਂ ਗਈਆਂ ਨੇ, ਯਾਨੀ ਕਿ ਇੱਥੇ ਸਾਈਕਲ ਚੱਲਣ ਦੀ ਇਜਾਜ਼ਤ ਹੈ। ਇਹ ਨਵੀਂ ਸੜਕ ਬਣੀ ਹੈ, ਇਹ ਜ਼ਰਾ ਇਹਨਾਂ ਨੇ ਖੁੱਲ੍ਹੀ ਕੀਤੀ ਹੈ ਸੜਕ ਨਾ। ਇਹ ਨੀਲੀ ਲਾਈਨ ਦੇ ਉੱਤੇ ਸਾਈਕਲ ਚੱਲਦੀ ਹੈ, ਇਸ ਵਜ੍ਹਾ ਤੋਂ ਸਾਈਕਲ ਦਾ ਰਾਈਟ ਪਹਿਲੇ ਬੰਦ ਹੈ। ਤੁਸੀਂ ਸਾਈਕਲ ਨੂੰ ਗੁਜ਼ਰਨ ਦੇਣਾ ਅਗਰ ਉਹ ਤੁਹਾਡੇ ਅੱਗੇ ਆ ਜਾਏ ਤੇ। ਚੈੱਕ ਕਰੋ ਸਫਾਈ ਕਿੰਨੀ ਹੈ। ਇਹ ਵੇਖੋ, ਹੁਣ ਇਹ ਮੌਜੂਦ ਬੀਬੀ ਜਿਹੜੀ ਹੈ, ਇਹ ਜਾ ਰਹੀ ਹੈ, ਇਹ ਜਿੱਥੇ ਮਰਜ਼ੀ ਜਾ ਸਕਦੀ ਹੈ, ਜਿੱਥੇ ਚਾਹੇ ਜਾ ਸਕਦੀ ਹੈ। ਮਤਲਬ ਕਿ ਟ੍ਰੇਨ ਸਟੇਸ਼ਨ ਤੱਕ ਜਾ ਸਕਦੀ ਹੈ, ਸਾਰੀ ਜਗ੍ਹਾ ਪੱਧਰ ਹੈ, ਕੋਈ ਇਹਨੂੰ ਮਸਲਾ ਨਹੀਂ ਹੋਣ ਲੱਗਾ। ਇਸ ਵਜ੍ਹਾ ਤੋਂ ਇੱਥੇ ਇਸ ਤਰ੍ਹਾਂ ਜਾਪਾਨ ਨੂੰ ਡਿਜ਼ਾਈਨ ਕੀਤਾ ਗਿਆ ਕਿ ਇੱਕ ਮਾਜ਼ੂਰ ਬੰਦਾ ਵੀ ਜਿਹੜਾ, ਉਹ ਨਬੀਨਾ ਵੀ ਜਿਹੜਾ ਪੂਰੇ ਜਾਪਾਨ 'ਚ ਜਿੱਥੇ ਮਰਜ਼ੀ ਤੱਕ ਜਾ ਸਕਦਾ ਬਗੈਰ ਕਿਸੇ ਪ੍ਰੋਬਲਮ ਤੋਂ, ਬਗੈਰ ਕਿਸੇ ਦੀ ਮਦਦ ਤੋਂ। ਇਹ ਜਾਪਾਨ। ਇਹ ਸਾਹਮਣੇ ਜਿਹੜੀ ਜਗ੍ਹਾ ਵੇਖ ਰਹੇ ਹੋ, ਇਹ ਟ੍ਰੇਨ ਸਟੇਸ਼ਨ ਹੈ। ਹਰ ਏਰੀਏ ਦੇ ਵਿੱਚ ਇੱਕ ਮੇਨ ਅਤੇ ਵੱਡਾ ਟ੍ਰੇਨ ਸਟੇਸ਼ਨ ਹੁੰਦਾ, ਜਿਹੜਾ ਕਿ ਦੂਸਰੇ ਸ਼ਹਿਰਾਂ ਦੇ ਨਾਲ ਮੁਖਤਲਿਫ ਲਾਈਨਾਂ ਦੇ ਜ਼ਰੀਏ ਕਨੈਕਟਡ ਹੁੰਦਾ ਹੈ। ਮੁਖਤਲਿਫ ਟ੍ਰੇਨਾਂ ਚੱਲਦੀਆਂ, ਮੁਖਤਲਿਫ ਲਾਈਨਾਂ ਚੱਲਦੀਆਂ ਉੱਥੇ। ਹੁਣ ਸਾਈਕਲ ਵਾਲਾ ਆਇਆ, ਪਹਿਲੇ ਇਹਨੂੰ ਗੁਜ਼ਰਨ ਦੇਣਾ, ਇਹਨੂੰ ਕ੍ਰਾਸ ਨਹੀਂ ਮੈਂ ਕਰ ਸਕਦਾ। ਇਹ ਪੈਦਲ ਚੱਲਣ ਵਾਲੇ ਜਿਹੜੇ ਆ ਰਹੇ ਨੇ, ਇਹਨਾਂ ਨੂੰ ਵੀ ਮੈਂ ਕ੍ਰਾਸ ਨਹੀਂ ਕਰ ਸਕਦਾ, ਇਹਨਾਂ ਦਾ ਰਾਈਟ ਪਹਿਲੇ ਬੰਦ ਹੈ। ਜਾਪਾਨ ਦੇ ਵਿੱਚ ਇਹ ਰੂਲ ਹੈ ਕਿ ਅਗਰ ਕੋਈ ਸਾਈਕਲ ਵਾਲਾ ਜਾਂ ਕੋਈ ਪੈਦਲ ਚੱਲਣ ਵਾਲਾ ਅਗਰ ਉਹਨੇ ਇਸ ਜ਼ੇਬਰਾ ਕ੍ਰਾਸਿੰਗ ਨੂੰ ਟੱਚ ਕਰ ਦਿੱਤਾ ਉਸ ਨੁੱਕਰ ਤੋਂ ਵੀ, ਅਤੇ ਤੁਸੀਂ ਉਹਨੂੰ ਕ੍ਰਾਸ ਨਹੀਂ ਕਰ ਸਕਦੇ। ਇਹ ਹੁਣ ਸਾਰੇ ਗੁਜ਼ਰ ਗਏ ਨੇ, ਪਿੱਛੋਂ ਦੀ ਜਾ ਸਕਦੇ ਹੋ ਤੁਸੀਂ। ਹੁਣ ਪਿੱਛੋਂ ਦੀ ਮੈਂ ਚਲਾ ਗਿਆ, ਲੇਕਿਨ ਉੱਧਰੋਂ ਕੋਈ ਆ ਰਿਹਾ ਉਹਨੂੰ ਨਹੀਂ ਮੈਂ ਕ੍ਰਾਸ ਕਰ ਸਕਦਾ। ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਦੇ ਨੌਲੇਜ ਦੇ ਵਿੱਚ ਥੋੜ੍ਹਾ ਜਿਹਾ ਇਜ਼ਾਫਾ ਕਰ ਰਹੇ ਹਾਂ। ਇੱਕ ਹੋਰ ਚੀਜ਼ ਵੀ ਸੁਣ ਲਵੋ। ਹੁਣ ਇੱਥੇ ਕੋਈ ਇਸ਼ਾਰਾ ਨਹੀਂ ਹੈ, ਠੀਕ ਹੈ। ਅਗਰ ਕੋਈ ਬੰਦਾ ਸੜਕ ਕ੍ਰਾਸ ਕਰਨ ਵਾਸਤੇ ਇੱਥੇ ਖੜਾ ਹੁੰਦਾ ਹੈ ਔਰ ਇੱਥੇ ਕੋਈ ਇਸ਼ਾਰਾ ਨਹੀਂ ਹੈ, ਅਤੇ ਸਾਨੂੰ ਇੱਥੇ ਖਲੋਣਾ ਪਏਗਾ। ਉਸ ਬੰਦੇ ਦਾ ਰਾਈਟ ਪਹਿਲੇ ਆ, ਉਹਨੇ ਪਹਿਲੇ ਸੜਕ ਕ੍ਰਾਸ ਕਰਨੀ ਹੈ ਅਤੇ ਫਿਰ ਅਸੀਂ ਜਾਣਾ। ਅਗਰ ਪੁਲਿਸ ਵਾਲੇ ਨੇ ਵੇਖ ਲਿਆ ਕਿ ਇੱਥੇ ਬੰਦੇ ਖੜ੍ਹੇ ਨੇ ਸੜਕ ਕ੍ਰਾਸ ਕਰਨ ਵਾਸਤੇ, ਲੇਕਿਨ ਮੈਂ ਨਿਕਲ ਗਿਆ ਵਾਂ, ਅਤੇ ਮੇਰਾ ਚਲਾਨ ਹੈ। ਅਗਰ ਬੰਦੇ ਦੂਰ ਨੇ ਤਾਂ ਫਿਰ ਕੋਈ ਮਸਲਾ ਨਹੀਂ, ਲੇਕਿਨ ਅਗਰ ਬੰਦੇ ਖੜ੍ਹੇ ਨੇ, ਇੰਤਜ਼ਾਰ ਕਰ ਰਹੇ ਨੇ ਕਿ ਅਸੀਂ ਸੜਕ ਕ੍ਰਾਸ ਕਰਨੀ ਹੈ ਔਰ ਮੈਂ ਉਹਨਾਂ ਨੂੰ ਰਸਤਾ ਨਹੀਂ ਦਿੱਤਾ, ਫਿਰ ਪ੍ਰੋਬਲਮ ਹੋਏਗੀ, ਫਿਰ ਮਸਲਾ ਹੋਗਾ, ਬੜਾ ਮਸਲਾ ਹੋਗਾ। ਲੋ ਜੀ, ਇਹ ਬੈਂਕ ਆ ਗਿਆ ਜਿੱਥੇ ਮੈਂ ਆਪਣੇ ਪੈਸੇ ਜਮ੍ਹਾਂ ਕਰਾਉਣ ਆਇਆ, ਆਪਣੀ ਜਮ੍ਹਾਂ ਪੂੰਜੀ।
ਹੁਣ ਵੇਖੋ ਨਾ ਮੋਟਰਸਾਈਕਲ ਦਾ ਕਿੰਨਾ ਫਾਇਦਾ ਹੈ। ਇੱਥੇ ਗੱਡੀ ਜਿਹੜੀ ਹੈ ਨਾ ਬਹੁਤ ਮੁਸ਼ਕਿਲ ਹੈ, ਇੱਥੇ ਗੱਡੀ ਮੈਂ ਖੜੀ ਕਰਾਂਗਾ ਅਗਰ ਗੱਡੀ ਤੇ ਆਂਦਾ ਬਹੁਤ ਜ਼ਿਆਦਾ ਇੱਥੇ ਟ੍ਰੈਫਿਕ ਜਾਮ ਹੋ ਜਾਣੀ ਸੀ। ਮੈਂ ਬਸ ਆਪਣਾ ਬਾਈਕ ਦਾ ਇੰਜਨ ਬੰਦ ਕਰਾਂਗਾ, ਮੋਬਾਈਲ ਇੱਥੇ ਲੱਗਾ ਰਵੇ, ਕੋਈ ਮਸਲਾ ਨਹੀਂ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ। ਠੀਕ ਹੈ ਨਾ, ਇਹਨੂੰ ਬੰਦ ਕਰ ਦਈਏ ਤੇ ਬੈਗ ਦੇ ਵਿੱਚੋਂ ਕੱਢੀਏ ਆਪਣੇ ਪੈਸੇ ਥੈਲੇ 'ਚ। ਠੀਕ ਹੈ ਨਾ, ਮੈਂ ਹੁਣ ਬਸ ਬੈਂਕ ਦੇ ਅੰਦਰ ਜਾਵਾਂਗਾ। ਇੱਥੇ ਤੇ ਬਹੁਤ ਰਸ਼ ਲੱਗਾ ਹੋਇਆ ਹੈ ਨਾ। ਹੁਣ ਇੱਥੇ ਨਾ ਕਾਫੀ ਬੰਦੇ ਨੇ ਤੇ ਮੈਨੂੰ ਅੱਛਾ ਨਹੀਂ ਲੱਗ ਰਿਹਾ ਹੈਲਮਟ ਪਾ ਕੇ ਅੰਦਰ ਜਾਣਾ। ਮਸ਼ਕੂਕ ਜਿਹਾ ਬੰਦਾ ਲੱਗਦਾ, ਮੈਂ ਹੈਲਮਟ ਲਾ ਕੇ ਇੱਥੇ ਰੱਖਾਂ ਤੇ ਕੈਮਰਾ ਹੱਥ 'ਚ ਫੜ ਲੈਣਾ ਨਾ। ਹੁਣ ਪੈਸੇ ਜਮ੍ਹਾਂ ਕਰਾਣੇ ਆ, ਲਾਈਨ ਦੇ ਵਿੱਚ ਖੜਾ ਹੋਣਾ ਪਏਗਾ। ਸੁਬਹ ਸੁਬਹ ਬਹੁਤ ਰਸ਼ ਹੁੰਦਾ। ਮੇਰੀ ਵਾਰੀ ਆ ਗਈ ਹੈ। ਠੀਕ ਹੈ ਨਾ, ATM ਮਸ਼ੀਨ ਹੈ, ਵੇਖ ਰਹੇ ਹੋ ਇੱਥੇ ਇਹਨਾਂ ਨੇ ਇਹ ਵੀ ਰੱਖਿਆ ਹੋਇਆ ਬੈਗ ਵਗੈਰਾ ਰੱਖਣ ਵਾਸਤੇ। ਇਹ ਖਾਨਾ ਖੁੱਲ੍ਹੇਗਾ। ਪੈਸੇ ਹੀ ਪੈਸੇ। ਇਹ ਜਨਾਬ ਹੱਕ ਲਾਲ ਦੀ ਕਮਾਈ ਹੈ, ਜਿਹੜੀ ਕਿਸੇ ਦੋਸਤ ਨੂੰ ਦਾਜ ਦਿੱਤੀ ਸੀ ਉਹਨੇ ਵਾਪਸ ਕੀਤੇ ਨੇ। ਇਹ ਪੈਸੇ ਪਾਏ, ਇਹ ਆਟੋਮੈਟਿਕ ਜਮ੍ਹਾਂ ਹੋ ਜਾਣਗੇ। ਇੱਥੇ ਜਾਪਾਨ ਦੇ ਵਿੱਚ ਤੁਸੀਂ ਸਿੱਕੇ ਵੀ ATM ਮਸ਼ੀਨ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ। ਕਾਊਂਟ ਇਹ ਹੁਣ ਕਾਊਂਟ ਕਰੇਗਾ। ਉਹ ਮੇਰੇ ਕੰਮ ਵੇਖੋ, ਇਹ 10,000 ਰੁਪਇਆ ਲਿਫਾਫੇ ਦੇ ਵਿੱਚ ਹੀ ਰਹਿ ਗਿਆ ਸੀ। ਤੁਸੀਂ ਵੇਖੋ, ਲੇਕਿਨ ਮੈਨੂੰ ਰਕਮ ਯਾਦ ਸੀ ਨਾ, 4,80,000 ਰੁਪਇਆ ਸੀ ਤੇ ਜਦੋਂ ਮਸ਼ੀਨ ਨੇ ਕਾਊਂਟ ਕੀਤਾ ਤੇ 4,70,000 ਰੁਪਇਆ। ਇਹ 10,000 ਰੁਪਇਆ ਲਿਫਾਫੇ ਦੇ ਵਿੱਚ ਹੀ ਰਹਿ ਗਿਆ ਜਦੋਂ ਮੈਂ ਇੰਝ ਕਰਕੇ ਕੱਢਿਆ ਨਾ ਵੀਡੀਓ ਦੇ ਚੱਕਰ ਦੇ ਵਿੱਚ। ਲੋਨ ਲੱਗਣ ਲੱਗਾ ਸੀ ਮੈਨੂੰ। ਇਹ ਇੱਕ ਦਿਨ ਦੀ ਕਮਾਈ ਹੈ ਜਾਪਾਨ ਦੇ ਵਿੱਚ ਨਾ। ਤੁਸੀਂ ਅਗਰ ਇਹ 10,000 ਰੁਪਇਆ ਨਹੀਂ ਕਮਾਇਆ ਨਾ ਇੱਕ ਦਿਨ ਦਾ, ਤੇ ਤੁਸੀਂ ਲੌਸ 'ਚ ਹੋ। ਮਤਲਬ ਹੈ ਕਿ ਤੁਸੀਂ ਸਹੀ ਅਰਨਿੰਗ ਨਹੀਂ ਕਰ ਰਹੇ। ਇਹ ਲਾਜ਼ਮੀ ਇੱਕ 10,000 ਰੁਪਇਆ ਕਮਾਉਣਾ ਪੈਂਦਾ। ਚਲੋ ਕੋਈ ਨਹੀਂ, ਇਹਨੂੰ ਮੈਂ ਬਟੂਏ ਵਿੱਚ ਰੱਖ ਲਾਂਗਾ, ਦੁਬਾਰਾ ਨਹੀਂ ਜਮ੍ਹਾਂ ਕਰਾਂਗਾ। ਤੇ ਹੁਣ ਹੈਲਮਟ 'ਤੇ ਲਾਉਂਦੇ ਹਾਂ ਕੈਮਰੇ ਨੂੰ। ਇਹ ਵੇਖਿਓ ਹੁਣ, ਇਹ ਬਾਈਕ ਵਾਲੇ ਨੇ ਰਸਤਾ ਨਹੀਂ ਦਿੱਤਾ ਲੇਕਿਨ ਮੈਂ ਖਲੋ ਗਿਆ। ਇਹ ਔਰਤ ਲੰਘੇਗੀ ਤੇ ਫਿਰ ਮੈਂ ਜਾਵਾਂਗਾ, ਸਾਈਕਲ ਵਾਲਾ ਵੀ ਲੰਘੇਗਾ ਫਿਰ ਜਾਵਾਂਗਾ। ਮੈਂ ਜਾਪਾਨੀਆਂ ਤੋਂ ਵੀ ਅੱਛਾ ਬਿਹੇਵ ਕਰਨ ਦੀ ਕੋਸ਼ਿਸ਼ ਕਰਨਾ। ਜਾਪਾਨੀ ਵੀ ਇੱਥੇ ਇਸ ਤਰ੍ਹਾਂ ਕਰਦੇ ਨੇ, ਬੜੇ ਕਰਦੇ ਨੇ ਗਲਤੀਆਂ, ਪਰ ਮੈਂ ਨਹੀਂ ਕਰਦਾ ਕਿਉਂਕਿ ਮੈਨੂੰ ਡਬਲ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਇੱਕ ਮੈਂ ਜਾਪਾਨ 'ਚ ਰਹਿਣਾ, ਇੱਕ ਮੈਂ ਫੋਰਨਰ ਹਾਂ, ਮੈਂ ਆਪਣੇ ਮੁਲਕ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ ਇੱਥੇ। ਕੋਈ ਗਲਤੀ ਹੋਏਗੀ ਨਾ, ਸਭ ਤੋਂ ਪਹਿਲੇ ਅਗਰ ਮੈਂ ਕੋਈ ਵੀ ਜੁਰਮ ਕਰਨਾ, ਕੋਈ ਵੀ ਚੀਜ਼ ਹੈ ਨਾ, ਸਭ ਤੋਂ ਪਹਿਲੇ ਨਿਊਜ਼ ਦੇ ਵਿੱਚ ਪਾਕਿਸਤਾਨ ਦਾ ਨਾਮ ਬੋਲਣਗੇ, ਪਾਕਿਸਤਾਨ ਨੈਸ਼ਨੈਲਿਟੀ ਸ਼ੁਏਬ ਮੁਹੰਮਦ ਇੰਝ ਕਰਕੇ ਬੋਲਣਗੇ। ਜਾਪਾਨ ਦੇ ਅੰਦਰ ਕੋਈ ਵੀ ਫੋਰਨਰ ਕੋਈ ਵੀ ਚੀਜ਼ ਕਰਦਾ, ਸਭ ਤੋਂ ਪਹਿਲੇ ਉਹਦੇ ਮੁਲਕ ਦਾ ਨਾਮ ਬੋਲਿਆ ਜਾਂਦਾ ਹੈ। ਮਤਲਬ ਜੈਪਨੀਜ਼ ਜ਼ੁਬਾਨ 'ਚ ਬੋਲਣਗੇ ਪਾਕਿਸਤਾਨ ਖੋਕਸੇਕੀ, ਮਤਲਬ ਪਾਕਿਸਤਾਨ ਦਾ ਬੰਦਾ। ਇਸ ਵਜ੍ਹਾ ਤੋਂ ਮੈਂ ਐਕਸਟਰਾ ਖਿਆਲ ਕਰਨਾ ਤਾਂ ਕਿ ਮੇਰੇ ਮੁਲਕ ਦੇ ਉੱਤੇ ਕੋਈ ਮੇਰੀ ਵਜ੍ਹਾ ਤੋਂ ਨੈਗੇਟਿਵ ਗੱਲ ਨਾ ਕਰੇ। ਜੇ ਮੈਂ ਕੋਈ ਅੱਛਾ ਬਣਨ ਦੀ ਐਕਟਿੰਗ ਨਹੀਂ ਕਰ ਰਿਹਾ, ਅਲਹਮਦੁਲਿਲਾ ਮੈਂ ਇਸੇ ਤਰ੍ਹਾਂ ਦਾ ਹੀ ਹਾਂ ਔਰ ਮੈਨੂੰ ਫਖਰ ਹੈ ਆਪਣੀ ਇਸ ਸੋਚ ਦੇ ਉੱਤੇ। ਅੱਲਾਹ ਤਾਲਾ ਸਭ ਨੂੰ ਹਦਾਇਤ ਦੇਵੇ। ਇਹ ਇੱਕ ਨਵੀਂ ਬਿਲਡਿੰਗ ਬਣੀ ਹੈ ਬਹੁਤ ਖੂਬਸੂਰਤ, ਜਿਸ ਤਰ੍ਹਾਂ ਕਿ ਸਾਡੀ ਯੂਨੀਅਨ ਕੌਂਸਲ ਹੁੰਦੀ ਹੈ, ਨਾਜ਼ਮ ਦਾ ਦਫ਼ਤਰ ਹੁੰਦਾ ਹੈ, ਇਸ ਤਰ੍ਹਾਂ ਕਰਕੇ ਨਾ ਸਿਟੀ ਹਾਲ ਇਹਨੂੰ ਆਖਦੇ ਨੇ। ਅਤੇ ਹਰ ਸ਼ਹਿਰ ਦਾ ਛੋਟੇ ਛੋਟੇ ਇਲਾਕਿਆਂ ਦਾ ਆਪਣਾ ਇੱਕ ਸਿਟੀ ਹਾਲ ਹੁੰਦਾ। ਅਤੇ ਜਾਪਾਨ ਦੇ ਵਿੱਚ ਕਿਸੇ ਵੀ ਸ਼ਹਿਰ ਦਾ ਸਿਟੀ ਹਾਲ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਸ਼ਹਿਰ ਅਮੀਰ ਹੈ ਜਾਂ ਗਰੀਬ ਹੈ। ਅਗਰ ਸਿਟੀ ਹਾਲ ਦੀ ਬਿਲਡਿੰਗ ਬਹੁਤ ਜ਼ਿਆਦਾ ਅੱਛੀ ਹੈ, ਬੜੇ ਖੂਬਸੂਰਤ ਸ਼ੀਸ਼ੇ ਮੀਸ਼ੇ ਲੱਗੇ ਨੇ, ਸਮਝ ਲਓ ਕਿ ਉਹ ਸ਼ਹਿਰ ਅਮੀਰ ਹੈ। ਜਾਪਾਨ ਦੇ ਵਿੱਚ ਹਰ ਛੋਟੇ ਛੋਟੇ ਸ਼ਹਿਰ ਦਾ ਆਪਣਾ ਬਜਟ ਹੁੰਦਾ, ਆਪਣੀਆਂ ਬੇਸਿਕ ਸਹੂਲਤਾਂ ਤਾਂ ਸੇਮ ਨੇ ਪੂਰੇ ਜਾਪਾਨ 'ਚ, ਲੇਕਿਨ ਕੁਝ ਸਹੂਲਤਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਿਰਫ ਉਸ ਖਾਸ ਇਲਾਕੇ ਦੇ ਵਿੱਚ ਉਹਨਾਂ ਨੇ ਆਪਣੇ ਬਜਟ ਦੇ ਨਾਲ ਮੇਨਟੇਨ ਕੀਤੀਆਂ ਹੁੰਦੀਆਂ ਨੇ, ਐਕਸਟਰਾ ਆਪਣੇ ਸ਼ਹਿਰੀਆਂ ਨੂੰ ਫਾਇਦਾ ਦੇਣ ਵਾਸਤੇ। ਇਹ ਜਾ ਰਿਹਾ ਇੱਕ ਮੇਰਾ ਪੇਟੀ ਭਰਾ, ਉਬਰ ਵਾਲਾ, ਫੂਡ ਡਿਲੀਵਰੀ ਵਾਲਾ ਸ਼ਹਜ਼ਾਦਾ। ਇਹ ਜਨਾਬ ਇੰਸਪੈਕਸ਼ਨ ਹੁੰਦੀ ਹੈ ਇੱਥੇ ਗੱਡੀਆਂ ਦੀ ਨਾ। ਜਾਪਾਨ ਦੇ ਵਿੱਚ ਹਰ 2 ਸਾਲ ਬਾਅਦ ਇਸ ਜਗ੍ਹਾ ਦੇ ਉੱਤੇ ਗੱਡੀ ਨੇ ਆਉਣਾ ਹੁੰਦਾ। ਉਹਦਾ ਇੰਜਨ ਚੈੱਕ ਹੁੰਦਾ, ਉਹਦੀ ਬ੍ਰੇਕਾਂ, ਉਹਦੀ ਲਾਈਟਾਂ ਦੀ ਥਰੋ ਅੱਛੀ ਹੈ ਬੁਰੀ ਹੈ,
ਉਹ ਸਾਰੀ ਚੈੱਕ ਹੁੰਦੀ ਹੈ ਤੇ ਫਿਰ ਜਾ ਕੇ ਜਿਹੜਾ ਨਾ ਗੱਡੀ ਸੜਕ ਦੇ ਉੱਤੇ ਆ ਸਕਦੀ ਹੈ। ਕੈਸੀਆਂ ਕੈਸੀਆਂ ਬਾਈਕਾਂ ਨੇ ਹੈ, ਕਿਆ ਬਾਤ ਹੈ। ਕਾਵਾਸਾਕੀ ਨਿੰਜਾ NMAX, ਓ ਮਾਈ ਗॉड, ਹਾਰਲੇ ਡੇਵਿਡਸਨ, ਕਿਆ ਬਾਤ ਹੈ ਬਈ। ਡਰਟ ਬਾਈਕ ਹੁੰਦੀ ਹੈ ਮੇਰੇ ਖਿਆਲ ਇਹਨੂੰ ਡਰਟ ਬਾਈਕ ਆਖਦੇ ਨੇ। ਦੱਸਣਾ ਜਿਹੜੇ ਬੰਦੇ ਨੂੰ ਪਤਾ ਹੈ ਇਹਦਾ ਕੀ ਨਾਂ ਹੈ। ਅੱਛਾ ਮੈਨੂੰ ਚੀਜ਼ਾਂ ਦੇ ਜ਼ਿਆਦਾ ਨਾਂ ਨਹੀਂ ਪਤਾ। ਇਹ ਕਾਫੀ ਹਾਈਟ ਦੇ ਉੱਤੇ ਹੁੰਦੀ ਹੈ, ਪਥਰੀਲੇ ਰਸਤਿਆਂ ਦੇ ਉੱਤੇ ਆਫ ਰੋਡ ਚਲਾਉਣ ਵਾਸਤੇ ਸ਼ਾਇਦ ਨਾ, ਔਰ ਇਹ ਬਹੁਤ ਜ਼ਿਆਦਾ ਤਾਕਤਵਰ ਹੁੰਦੀ ਹੈ। ਆਈ ਥਿੰਕ ਇਹ ਕਾਵਾਸਾਕੀ, ਹਾਂ ਇਹ ਵੀ ਕਾਵਾਸਾਕੀ ਦੀ ਹੈ। ਬੜੀਆਂ ਬੜੀਆਂ ਮਹਿੰਗੀਆਂ ਬਾਈਕਸ ਹੁੰਦੀਆਂ ਨੇ, ਬੜਾ ਮਹਿੰਗਾ ਸ਼ੌਕ ਹੈ। ਠੀਕ ਹੈ ਜੀ, ਹੁਣ ਮੈਂ ਅੰਦਰ ਜਾ ਰਿਹਾ, ਆਪਣਾ ਕੰਮ ਮੁਕਾਵਾਂਗਾ, ਕੁਝ ਡਾਕੂਮੈਂਟਸ ਕਲੀਅਰ ਕਰਕੇ ਤੇ ਫਿਰ ਆਪਣੇ ਸਫ਼ਰ ਦਾ ਆਗਾਜ਼ ਕਰਾਂਗੇ ਇੱਥੋਂ ਹੀ।